ਇੱਕ ਵਾਰੀ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇਤਿਹਾਸ ਨੂੰ ਫਰੋਲਣ ਵਾਲੇ ਇੱਕ ਐਸੇ ਇਨਸਾਨ ਦੇ ਨਾਲ ਜਿਨੇ ਭਾਰਤ ਵਿੱਚ ਜਾ ਕੇ ਸਿੱਖਾਂ ਦੇ ਇਤਿਹਾਸ ਨੂੰ ਫਰੋਲਣ ਦੀ, ਉਹਦੇ ਤੱਥ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਇਹ ਜਿਹੜਾ ਕੰਮ ਹੈ ਇਹ ਇੱਦਾਂ ਨਹੀਂ ਹੋ ਸਕਦਾ, ਇਹ ਦਿਲ ਦੇ ਵਿੱਚ ਕਿਸੇ ਧਰਮ ਪ੍ਰਤੀ, ਕਿਸੇ ਕੌਮ ਪ੍ਰਤੀ ਪਿਆਰ ਹੋਵੇ, ਜਜ਼ਬਾ ਹੋਵੇ ਤਾਂ ਹੀ ਹੋ ਸਕਦਾ, ਕਿਉਂਕਿ ਇੱਕ ਐਸੀ ਸ਼ਖਸੀਅਤ ਜਿਹਨੇ ਪਹਿਲਾ ਸਿੱਖ ਰਾਜ ਕਾਇਮ ਕੀਤਾ। ਅਸੀਂ ਸੋਚਦੇ ਹਾਂ ਕਿ ਉਸ ਨੂੰ ਅੱਖੋਂ ਓਹਲੇ ਕਰ ਦਿੱਤਾ ਗਿਆ, ਉਸ ਦਾ ਨਾਮੋ ਨਿਸ਼ਾਨ ਇਤਿਹਾਸ ਦੇ ਪੰਨਿਆਂ ਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਕੁਛ ਲੋਕ ਹਾਲੇ ਵੀ ਜਿਹੜੇ ਇਤਿਹਾਸ ਦੇ ਦਰਦੀ ਨੇ, ਸਿੱਖ ਦਰਦੀ ਨੇ, ਉਹ ਖੋਜਾਂ ਕਰ ਰਹੇ ਨੇ ਕਿ ਸਾਡੇ ਇਤਿਹਾਸ ਨੂੰ ਵਿਗਾੜਿਆ ਨਾ ਜਾਵੇ। ਇਸੇ ਸੰਦਰਭ ਵਿੱਚ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਸਰਦਾਰ ਮਨਮੋਹਨ ਸਿੰਘ ਹੋਰਾਂ ਦੇ ਨਾਲ, ਜਿਹੜੇ ਕਿ ਸਾਡੇ ਸਟੂਡੀਓ ਵਿੱਚ ਮੌਜੂਦ ਨੇ। ਪੰਗੂ ਸਾਹਿਬ, ਤੁਹਾਡਾ ਸਟੂਡੀਓ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਪੰਗੂ ਸਾਹਿਬ, ਤੁਸੀਂ ਸਭ ਤੋਂ ਪਹਿਲਾਂ ਸਾਡੇ ਦੇਖਣ ਵਾਲਿਆਂ ਨੂੰ ਆਪਣੇ ਬਾਰੇ ਕੁਝ ਦੱਸੋ ਜੀ। ਮੇਰਾ ਨਾਮ ਮਨਮੋਹਨ ਸਿੰਘ ਪੰਗੂ ਹੈਗਾ ਅਤੇ ਮੈਂ ਪੰਜਾਬ ਦੇ ਵਿੱਚ ਰੋਪੜ ਜ਼ਿਲ੍ਹੇ ਤੋਂ ਰਹਿਣੇ ਵਾਲਾ, ਇਸ ਵਕਤ ਮੋਹਾਲੀ ਰਹਿੰਦਾ। ਚਮਕੌਰ ਸਾਹਿਬ ਕੋ ਮੇਰਾ ਪਿੰਡ ਹੈਗਾ ਜੀ। ਅਤੇ ਮੈਂ ਆਪਣੇ ਮੇਰੇ ਹੋ ਸਕਦਾ ਮੇਰੇ ਉੱਤੇ ਇਹਦਾ ਅਸਰ ਵੀ ਹੈਗਾ ਵੀ ਸਾਡੇ ਪਿੰਡ ਚਮਕੌਰ ਸਾਹਿਬ ਦੇ ਨੇੜੇ ਹੋਣ ਕਰਕੇ ਹੁਣ ਅੱਜ ਤਾਂ ਨਹੀਂ ਦੇਖਣ ਨੂੰ, ਉਹ ਟਾਈਮ ਸੀ ਜਦੋਂ ਲੋਕ ਚਮਕੌਰ ਸਾਹਿਬ ਕਰਕੇ ਪੈਰ ਨਹੀਂ ਸੀ ਪੈਂਦੇ ਜੀ। ਦੂਸਰਾ, ਕਦੀ ਪਿੱਠ ਕਰਕੇ ਰੋਟੀ ਨਹੀਂ ਸੀ ਖਾਂਦੇ। ਅਤੇ ਕੋਈ ਜਿਹੜੀ ਵਿਆਹ ਸ਼ਾਦੀ ਸੀ ਅਸੀਂ ਦਸੰਬਰ 'ਚ ਨਹੀਂ ਸੀ ਕਰਦੇ। ਜਾਂ ਮੈਨੂੰ ਮੈਂ ਤਬਦੀਲੀ ਦੇਖ ਰਿਹਾ, ਇਹਦੇ ਕਰਕੇ ਮੈਂ ਆਪਣਾ ਸਿੱਖ ਟੌਪਿਕ ਸ਼ੁਰੂ ਕੀਤਾ ਅਤੇ ਮੈਂ ਜਿਹੜੀ ਇੱਕ ਪਾਤਰ ਜਿਹੜਾ ਆਪਣਾ ਸਿਲੈਕਟ ਕਰ ਸਕਿਆ, ਬਾਬਾ ਬੰਦਾ ਸਿੰਘ ਬਹਾਦਰ। ਅਤੇ ਮਤਲਬ ਇਹ ਮੇਰਾ ਬੇਸਿਕਲੀ ਜਿਹੜਾ ਮੇਰਾ ਪਿਛੋਕੜ ਹੈਗਾ, ਮੈਨੂੰ ਲੱਗਦਾ ਹੈਗਾ ਵੀ ਉਹਦਾ ਮੇਰੇ ਉੱਪਰ ਅਸਰ ਹੈਗਾ। ਅਤੇ ਤੁਸੀਂ ਆਪਣੀ ਕੁਝ ਐਜੂਕੇਸ਼ਨ ਬਾਰੇ, ਆਪਣੇ ਕੰਮਾਂ ਬਾਰੇ, ਕਿ ਪ੍ਰੋਫੈਸ਼ਨਲੀ ਤੁਸੀਂ ਕੀ ਕਰਦੇ ਹੋ, ਇਹਦੇ ਬਾਰੇ ਕੁਝ ਦੱਸਣਾ ਚਾਹੋਗੇ ਜੀ? ਹਾਂਜੀ, ਮੈਂ ਜਿਹੜੀ ਮੇਰੀ ਪਿਛਲੀ ਬੈਕਗਰਾਊਂਡ ਹੈਗੀ ਮੈਂ ਬੇਸਿਕਲੀ ਟੈਕਨੋਕ੍ਰੇਟ ਹੈਗਾ, ਕਮਿਊਨੀਕੇਸ਼ਨ ਇੰਜੀਨੀਅਰ ਜੀ। ਅਤੇ ਮੈਂ MA BEd ਵੀ ਹੈ ਅਤੇ BEd ਹੈਗਾ ਜੀ। ਅਤੇ ਮੈਂ ਮਾਰਕੀਟਿੰਗ ਮੈਨੇਜਮੈਂਟ ਦੀ ਪੋਸਟ ਗ੍ਰੈਜੂਏਸ਼ਨ ਹੈਗੀ ਅਤੇ ਮੈਂ ਅਮਰੀਕਨ ਸੋਸਾਇਟੀ ਆਫ ਕੁਆਲਿਟੀ ਦਾ ਅਪਰੂਵਡ CQIA ਵੀ ਹੈਗਾ। ਜਿਹੜੇ ਤੁਸੀਂ ਕੰਮ ਕੀਤੇ ਆ, ਤੁਹਾਨੂੰ ਕੁਝ ਇੱਕ ਅਵਾਰਡਸ ਵੀ ਮਿਲੇ ਨੇ, ਇਹਨਾਂ ਬਾਰੇ ਦੱਸਣਾ ਚਾਹੋਗੇ? ਇੱਥੇ ਆ ਕੇ ਮੈਂ 2006 'ਚ ਕੈਨੇਡਾ ਆਇਆ ਜੀ। ਅਤੇ ਮੈਂ ਬੇਸਿਕਲੀ ਮੈਨੂੰ ਬੜਾ ਅੱਛਾ ਲੱਗਦਾ ਵੀ ਮੈਂ 2 ਮਹੀਨੇ ਕੰਮ ਕੀਤਾ, 2 ਮਹੀਨੇ ਬਾਅਦ ਮੈਂ ਟੀਮ ਲੀਡਰ ਬਣ ਗਿਆ ਸੀ। ਅਤੇ ਮੈਨੂੰ ਮੇਰੇ ਕੰਮ ਲਈ ਜਿਹੜਾ ਟੈਰੀ ਫਕਸ 'ਤੇ ਕੰਮ ਕੀਤਾ, ਉਹਦੇ ਲਈ ਮੈਨੂੰ ਸਟੇਟ ਅਵਾਰਡ ਮਿਲਿਆ ਹੈਗਾ ਜੀ। ਪੰਗੂ ਸਾਹਿਬ, ਤੁਸੀਂ ਕਾਫੀ ਸਮੇਂ ਤੋਂ ਕੋਸ਼ਿਸ਼ਾਂ ਕਰਕੇ ਇੰਡੀਆ ਜਾ ਕੇ ਜਿਹੜੀ ਸਿੱਖਾਂ ਦੀ ਹਿਸਟਰੀ ਹੈ, ਸਪੈਸ਼ਲੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਜਿਹੜੀ ਹਿਸਟਰੀ ਹੈ, ਉਸ ਨੂੰ ਖੋਜਣ ਦੀ ਕੋਸ਼ਿਸ਼ ਕਰ ਰਹੇ ਹੋ, ਉਹਦੇ ਤੱਥ, ਉਸ ਦੀ ਅਸਲੀਅਤ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ। ਇਹਦੇ ਬਾਰੇ ਤੁਸੀਂ ਸਾਨੂੰ ਦੱਸਣਾ ਚਾਹੋਗੇ ਕਿ ਇਹ ਤੁਸੀਂ ਕਿਉਂ ਕਰਨਾ ਚਾਹੁੰਦੇ ਹੋ? ਮੈਂ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਪਹਿਲਾਂ ਮਤਲਬ ਮੈਂ 2 ਕਰੈਕਟਰਾਂ 'ਤੇ ਕੰਮ ਕਰਿਆ ਇੱਥੇ ਬੇਸਿਕਲੀ। ਇੱਕ ਕੈਨੇਡੀਅਨ ਕਰੈਕਟਰ ਹੈਗਾ ਟੈਰੀ ਫੌਕਸ ਜੀ, ਮੈਂ ਉਹ 'ਤੇ 3-4 ਸਾਲ ਕੰਮ ਕੀਤਾ। ਫਿਰ ਵੀ ਇੱਕ ਅਮਰੀਕਨ ਲੜਕੀ ਹੈਲਨ ਕੇਲਰ ਹੋਈ ਆ ਜੀ, ਮੈਂ ਉਹ 'ਤੇ ਫਿਰ 4-5 ਸਾਲ ਕੰਮ ਕੀਤਾ। ਉਸ ਕੰਮ ਕਰਨ ਤੋਂ ਬਾਅਦ ਮੈਂ ਹਿਸਟਰੀ ਮੇਰਾ ਇੱਕ ਟੌਪਿਕ ਹੈਗਾ, ਮੇਰੀ ਮਾਸਟਰ ਹੈਗੀ ਹਿਸਟਰੀ ਦੀ। ਫਿਰ ਮੈਂ ਸਿੱਖ ਹਿਸਟਰੀ ਨੂੰ ਪੜ੍ਹਨਾ ਸ਼ੁਰੂ ਕੀਤਾ, ਸਪੈਸ਼ਲੀ ਜਿਹੜਾ ਜਿਹਨੂੰ ਅਸੀਂ ਮਿਡੀਵਲ ਪੀਰੀਅਡ ਕਹਿੰਦੇ ਹਾਂ, ਮਾਡਰਨ ਪੀਰੀਅਡ, ਉਸ ਕਵਰ ਕਰਨ। ਉਹਦੇ ਵਿੱਚ ਮੈਂ ਇੱਕ ਕਰੈਕਟਰ ਜਿਹੜਾ ਸਿਲੈਕਟ ਕੀਤਾ, ਬਾਬਾ ਬੰਦਾ ਸਿੰਘ ਬਹਾਦਰ। ਠੀਕ ਹੈ। ਅਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਬਾਰੇ ਮੈਂ ਬੇਸਿਕਲੀ 1670 ਤੋਂ ਬਾਅਦ 1708 ਤੇ ਜਾਂ 1716 ਤੇ ਜੋ ਵੀ ਉਹਨਾਂ ਨਾਲ ਜੋ ਵੀ ਸਾਡੀ ਸਿੱਖ ਹਿਸਟਰੀ ਦਾ ਪਾਰਟ ਹੈਗਾ, ਮੈਂ ਉਹ 'ਤੇ ਕੰਸਨਟਰੇਟ ਕੀਤਾ ਹੈ ਔਰ ਮੇਰਾ ਉਹ ਟੌਪਿਕ ਹੋਈ ਹੈਗਾ। ਅਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਇੰਨੀ ਦੇਰ ਬਾਅਦ ਤੁਸੀਂ ਪ੍ਰੋਫੈਸ਼ਨਲੀ ਕੰਮ ਕਰਨ ਤੋਂ ਬਾਅਦ, ਅਤੇ ਤੁਸੀਂ ਇਹ ਕਿਉਂ ਚੁਣਿਆ ਕਿ ਬੰਦਾ ਬਹਾਦਰ ਉੱਤੇ ਹੀ ਲਿਖਣਾ ਚਾਹੀਦਾ ਹੈ ਜੀ? ਮੈਂ ਬੇਸਿਕਲੀ ਸਿੱਖ ਹਿਸਟਰੀ ਨੂੰ ਕਿਉਂਕਿ ਮੇਰਾ ਉਹ ਟੇਸਟ ਹੈਗਾ, ਮੈਂ ਪੜ੍ਹਦਾ ਹੈਗਾ। ਜਿਹੜੀ ਮੈਨੂੰ ਲੱਗਿਆ, ਜਿਹੜੀ ਮੇਰੀ ਅਬਜ਼ਰਵੇਸ਼ਨ ਬਾਈ, ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਸਪੈਸ਼ਲੀ 1708 ਤੋਂ ਬਾਅਦ ਜੋ ਉਹਨਾਂ ਨਾਲ ਹੋਇਆ, ਅਸੀਂ ਉਹਦੇ ਨਾਲ ਜ਼ਿਆਦਤੀ ਕੀਤੀ ਹੈ। ਮੈਂ ਇਸ ਵਿਚਾਰਧਾਰਾ ਨਾਲ ਸਹਿਮਤ ਹੈਗਾ। ਢਾਡੀ ਨਾਥਮਾ ਤੋਂ ਲੈ ਕੇ ਗਿਆਨ ਸਿੰਘ, ਰਤਨ ਸਿੰਘ ਪੰਗੂ, ਈਵਨ ਸਰੂਪ ਦਾਸ ਪੱਲਾ, ਜਿਹੜੀ ਬੇਸਿਕਲੀ ਅਸੀਂ ਉਹਦੀ ਜਿਹੜੀ ਕਈ ਚੀਜ਼ਾਂ ਛੁਪਾ ਕੇ ਨਾ ਉਹਨੂੰ ਗਲਤ ਪ੍ਰੋਜੈਕਟ ਕੀਤਾ। ਜਿਹੜੀ ਮਤਲਬ ਬੇਸਿਕਲੀ ਸਾਨੂੰ ਜਿਹੜੀ ਕਮਿਊਨਿਟੀ ਹੈਗੀ, ਮੈਨੂੰ ਲੱਗਦਾ ਹੈਗਾ ਵੀ ਉਹਨੇ ਪਹਿਲਾਂ ਉਹਨੂੰ ਜੋ ਟਾਈਮ ਸੀ ਮਤਲਬ ਉਹਨੂੰ ਐਕਸੈਪਟ ਹੀ ਨਹੀਂ ਕਰਿਆ ਹੈਗਾ। ਇਹਦਾ ਇੱਕ ਰੀਜ਼ਨ ਕੀ ਹੈ ਕਿ ਉਹ ਆਪਾਂ ਬਾਅਦ 'ਚ ਡਿਸਕਸ ਕਰਾਂਗੇ, ਬੜਾ ਲੰਬਾ ਸਬਜੈਕਟ ਹੈ ਇਹ। ਅਤੇ ਤੁਹਾਡੇ ਕਹਿਣ ਦਾ ਮਤਲਬ ਇਹ ਹੈਗਾ ਕਿ ਬਈ ਬੰਦਾ ਬਹਾਦਰ, ਜਿਸ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਆਗਿਆ ਦਿੱਤੀ ਕਿ ਤੁਸੀਂ ਪੰਜਾਬ ਜਾਓ, ਜਿਸ ਤਰੀਕੇ ਨਾਲ ਇਤਿਹਾਸ ਮੈਂ ਪੜ੍ਹਦਾ ਕਿ ਉਹਨਾਂ ਨੂੰ ਆਗਿਆ ਦਿੱਤੀ ਪੰਜਾਬ ਜਾਓ, ਔਰ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਲਾਈਫ ਹਿਸਟਰੀ ਤੋਂ, ਉਹਨਾਂ ਨਾਲ ਜੋ ਕੁਝ ਵੀ ਉਸ ਸਮੇਂ ਦੇ ਹਾਕਮਾਂ ਨੇ ਕੀਤਾ, ਉਹ ਤੋਂ ਬੜਾ ਪ੍ਰਭਾਵਿਤ ਹੋਇਆ। ਔਰ ਉਸ ਬੰਦੇ ਨੇ ਸਭ ਤੋਂ ਪਹਿਲਾਂ ਪੰਜਾਬ 'ਚ ਐਂਟਰ ਕਰਕੇ, ਬੰਦੇ ਇਕੱਠੇ ਕਰਕੇ, ਔਰ ਵਜ਼ੀਰ ਖਾਨ ਦੇ ਨਾਲ ਜਿਹੜਾ ਹੈਗਾ ਆਡਾ ਲੈ ਕੇ ਉਸ ਨੂੰ ਖਤਮ ਕੀਤਾ।
ਤੇ ਇਹ ਜਿਹੜਾ ਐਡਾ ਵੱਡਾ ਇਤਿਹਾਸ ਆ ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਸਿੱਖ ਰਾਜ ਡਿਕਲੇਅਰ ਕਰਨ ਵਾਲਾ ਬੰਦਾ ਸਿੰਘ ਬਹਾਦਰ ਹੈ। ਤੇ ਉਸ ਨੂੰ ਅਸੀਂ ਦੇਖਿਆ ਜਾਵੇ ਸਾਡੇ ਬੱਚਿਆਂ ਨੂੰ ਕੋਈ ਪਤਾ ਨਹੀਂ, ਸੁਸਾਇਟੀ 'ਚ ਸਾਡੇ ਬੱਚਿਆਂ ਨੂੰ ਜਾਂ ਸੁਸਾਇਟੀ 'ਚ ਲੋਕਾਂ ਨੂੰ ਬਹੁਤਾ ਜ਼ਿਆਦਾ ਪਤਾ ਹੀ ਨਹੀਂ ਹੁੰਦਾ ਕਿ ਸਿੱਖ ਰਾਜ ਦਾ ਬੇਸਿਕਲੀ ਮੋਢੀ ਕੌਣ ਹੈ। ਤੇ ਇਹਦਾ ਕੀ ਕਾਰਨ ਹੋ ਸਕਦਾ ਜੀ ਕਿ ਇਸ ਹਿਸਟਰੀ ਨੂੰ ਤੋੜਿਆ ਮਰੋੜਿਆ ਗਿਆ, ਜਾਂ ਬੰਦਾਈ ਖਾਲਸਾ ਜਿਹੜਾ ਹੈ ਉਹਦੇ ਉੱਤੇ ਤਤ ਖਾਲਸਾ ਭਾਰੂ ਹੋ ਜਾਂਦਾ ਹੈ, ਇਹਦਾ ਕੀ ਰੀਜ਼ਨ ਹੋ ਸਕਦਾ ਸਰ? ਜਾਣੀ ਇਹ ਜਿਹੜਾ ਟੌਪਿਕ ਹੈਗਾ ਬੇਸਿਕਲੀ 3 ਸਤੰਬਰ 1708 ਨੂੰ ਗੁਰੂ ਗੋਬਿੰਦ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦਾ ਮੇਲ ਹੋਇਆ ਤੇ ਉਸ ਤੋਂ ਬਾਅਦ 4 ਸਤੰਬਰ 1708 ਨੂੰ ਉਹਨਾਂ ਨੇ ਅੰਮ੍ਰਿਤ ਛਕਿਆ ਜੀ। 5 ਅਕਤੂਬਰ 1708 ਨੂੰ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਦੇ ਕੇ ਪੰਜਾਬ ਨੂੰ ਚੱਲੇ ਤੇ ਬੇਸਿਕਲੀ ਫਰਵਰੀ 1709 ਦੇ ਵਿੱਚ ਸ਼ਹਿਰੀ ਖੰਡਾ ਇੱਕ ਜਗ੍ਹਾ ਹੈਗੀ ਸੋਨੀਪਤ, ਉੱਥੇ ਪਹੁੰਚੇ। ਜਾਣੀ ਕਿ ਬੇਸਿਕ ਜਿਸ ਅਸੀਂ ਉਸ ਟਾਈਮ ਈਵਨ ਜੇ ਗਿਆਨ ਸਿੰਘ ਉਹਨਾਂ ਦੇ ਰਤਨ ਸਿੰਘ ਉਹਨਾਂ ਦੀ ਰਚਨਾਵਾਂ ਪੜ੍ਹਦੇ ਹੈਗੇ ਜੀ, ਉਹਦੇ ਵਿੱਚ ਲਿਖਿਆ ਹੋਇਆ ਹੈਗਾ ਵੀ ਜਦੋਂ ਗੁਰੂ ਗੋਬਿੰਦ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗਾਤਾ ਦੇਣਾ ਚਾਹਿਆ ਤਾਂ ਕੁਝ ਬੰਦੇ ਸੀ, ਮੈਨੂੰ ਲੱਗਦਾ ਵੀ ਉਹਨਾਂ ਨੇ ਆਬਜੈਕਟ ਕਰਿਆ ਕਿ ਲਿਖਿਆ ਹੋਇਆ ਹੈਗਾ ਵੀ ਜਿਹੜੀ ਫ੍ਰਿਕਸ਼ਨ ਸੀ ਉਸੇ ਟਾਈਮ ਤੋਂ ਜਿਹੜੀ ਸਾਡੇ ਕੁਝ ਬੰਦੇ ਸੀ ਉਹਨਾਂ ਨੂੰ ਉਹਨੂੰ ਐਕਸੈਪਟ ਨਹੀਂ ਕੀਤਾ ਐਜ਼ ਅ ਲੀਡਰ। ਜੇਕਰ ਹਿਸਟਰੀ ਨੂੰ ਦੇਖੀਏ ਤਾਂ ਅਸੀਂ ਦੇਖਦੇ ਹਾਂ ਕਿ ਬਹੁਤ ਥੋੜੇ ਜਿਹੇ ਬੰਦੇ ਸੀ ਜਿਹੜੇ ਗੁਰੂ ਸਾਹਿਬਾਨ ਦੇ ਨਾਲ ਨਾਂਦੇੜ ਗਏ ਸੀ, ਸਾਊਥ ਵਿੱਚ ਗਏ ਸੀਗੇ। ਤੇ ਉਸ ਵੇਲੇ ਉਹਦਾ ਕੀ ਰੀਜ਼ਨ ਹੋ ਸਕਦਾ ਕਿ ਉਹਨਾਂ ਲੋਕਾਂ ਨੇ ਇੱਕ ਬੰਦਾ ਜਿਹੜਾ ਪੰਜਾਬ ਤੋਂ ਨਹੀਂ ਸੀ ਉਸ ਨੂੰ ਐਕਸੈਪਟ ਨਹੀਂ ਕੀਤਾ, ਜਾਂ ਉਸ ਦੀ ਜਾਤੀ ਕਰਕੇ ਕੀ ਰੀਜ਼ਨ ਕੀ ਹੋ ਸਕਦਾ ਤੁਹਾਡੇ ਮੁਤਾਬਕ ਜੀ ਉਸ ਨੂੰ ਐਕਸੈਪਟ ਨਾ ਕਰਨ ਦਾ? ਸਾਡੀ ਜਿਹੜੀਆਂ ਰਚਨਾਵਾਂ ਹੈਗੀਆਂ ਉਹਨਾਂ ਵਿੱਚ ਪਹਿਲੀ ਗੱਲ ਦੇਖੋ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਭੇਜੇ ਹੈਗੇ ਬੰਦੇ ਕਿਸ ਹਾਲਤ 'ਚ ਭੇਜੇ ਉਹਦੇ ਉੱਤੇ ਬੜੀ ਵੇਰੀਏਸ਼ਨ ਹੈਗੀ। ਦੂਸਰਾ ਜਿਹੜੇ ਬੰਦਿਆਂ ਦੇ ਨਾਂ ਹੈਗੇ 5 ਬੰਦੇ, ਕੋਈ ਬੰਦੇ 5 ਲਿਖਦਾ, ਕੋਈ ਬੰਦੇ 5 ਲਿਖਦਾ ਜੀ। ਪਰ ਜਿਹੜੀ ਆਹ ਗੱਲ ਹੈਗੀ ਮਤਲਬ ਬੇਸਿਕਲੀ ਅਖੀਰ ਥਾਂ ਜਿਹੜੀ ਆ ਇੱਕ ਸਾਡੇ ਉਹਨਾਂ ਦੇ ਨਾਲ ਜਿਹੜੇ ਸਿੰਘ ਆਏ ਸੀ ਉਹਨਾਂ ਦੇ ਵਿੱਚ ਇੱਕ ਥੋੜ੍ਹੇ ਜਿਹੇ ਕੁਝ ਬੰਦੇ ਹੈਗੇ ਸੀ ਜਿਨ੍ਹਾਂ ਨੇ ਉਹਨੂੰ ਉੱਥੇ ਤੋਂ ਲੈ ਕੇ ਹੋ ਸਕਦਾ ਮਤਲਬ ਕਿਉਂਕਿ ਉਹ ਪਹਿਲਾਂ ਗੁਰੂ ਗੋਬਿੰਦ ਸਿੰਘ ਨਾਲ ਪਹਿਲਾਂ ਨਾਲ ਸੀ ਜੀ, ਇੱਥੋਂ ਤੋਂ ਨਾਲ ਗਏ ਸੀ, ਉਹਨਾਂ ਨੇ ਹੋ ਸਕਦਾ ਸਟਰਗਲ ਵੀ ਜ਼ਿਆਦਾ ਕਰੀ ਹੋਵੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਆਰੋਪੇਸਰ ਨੂੰ ਗੁਰੂ ਗੋਬਿੰਦ ਸਿੰਘ ਨੇ ਮਤਲਬ ਸਿਲੈਕਟ ਕਰ ਲਿਆ, ਉਹ ਜਿਹੜੀ ਚੀਜ਼ ਸੀ ਉਹਨਾਂ ਨੇ ਡਾਈਜੈਸਟ ਨਹੀਂ ਕਰੀ ਹੈਗੀ। ਮੇ ਵੀ ਦੈਟ ਉਹ ਇੱਕ ਦੂਸਰਾ ਹੈਗਾ ਜਿਹੜੀ ਮੇਰੀ ਪਰਸਨਲੀ ਜਿੰਨੀ ਮੇਰੀ ਹੁਣ ਮੈਂ ਕਿਉਂਕਿ 3-4 ਸਾਲ ਦਾ ਕੰਮ ਕਰਦਾ ਹੈਗਾ ਵੀ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੀ ਹੈਗੀ ਸੀ ਜਦੋਂ ਇਹਨਾਂ ਨੇ ਚੱਪੜ ਚਿੜੀ ਤੋਂ ਸਰਹੰਦ ਜਿੱਤਣ ਤੋਂ ਬਾਅਦ 27 ਮਈ 1710 ਤੋਂ ਬਾਅਦ ਜਦੋਂ ਇਹਨਾਂ ਨੇ ਏਰੀਆ ਵੰਡੇ ਜਿਹੜੇ ਕੁਝ ਬੰਦੇ ਸੀ ਉਹਦੇ ਵਿੱਚ ਸਪੈਸ਼ਲੀ ਮੈਂ ਕਹਿੰਦਾ ਵਿਨੋਦ ਸਿੰਘ ਜਿਹੜਾ ਕਾਂਸੀ ਗਰੁੱਪ ਸੀ ਉਹਨਾਂ ਨੂੰ ਇਹਨਾਂ ਨੇ ਮਤਲਬ ਬੇਸਿਕਲੀ ਜਿਹੜੇ ਏਰੀਆ ਦਿੱਤਾ ਉਹਨਾਂ ਨੂੰ ਦਿੱਲੀ ਵਾਲਾ ਦਿੱਤਾ। ਠੀਕ ਆ ਜਿਹੜੇ ਉਹ ਬੰਦੇ ਸੀ ਉਹ ਉਹਨਾਂ ਨੂੰ ਐਕਸੈਪਟੇਬਲ ਨਹੀਂ ਸੀ ਇਹ, ਉਹ ਚਾਹੁੰਦੇ ਸੀ ਵੀ ਸਾਨੂੰ ਏਰੀਆ ਜਿਹੜਾ ਹੈਗਾ ਸਾਨੂੰ ਸੇਫ ਏਰੀਆ ਬਣਾਉਣਾ ਚਾਹੀਦਾ ਹੈਗਾ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾਂ ਇੱਥੋਂ ਛੱਡ ਕੇ ਜਿਹੜਾ ਦੂਸਰਾ ਏਰੀਆ ਲੱਭਣਾ ਚਾਹੀਦਾ ਸਾਨੂੰ ਜਿਹੜਾ ਦਿੱਤਾ ਇੱਥੇ। ਅਰੇ ਹੋਇਆ ਵੀ ਇਸ ਤਰ੍ਹਾਂ ਬਾਅਦ ਦੇ ਵਿੱਚ ਜਦੋਂ ਫਿਰੋਜ਼ ਖਾਂ ਮਵਾਤੀ ਨੇ ਜਦ ਬਹਾਦਰ ਸ਼ਾਹ 1710 ਦੇ ਵਿੱਚ ਉਹਨਾਂ ਫਿਰੋਜ਼ ਖਾਂ ਮਵਾਤੀ ਲੜਾਈ ਹੋਈ ਅਮੀਨ ਦੇ ਵਿੱਚ, ਉੱਥੋਂ ਵੈਸੇ ਉਹਨਾਂ ਨੇ ਹਰਾਏ ਉਹ ਤੇ ਉੱਥੋਂ ਉਹਨਾਂ ਨੇ 300 ਬੰਦੇ ਦਾ ਸਿਰ ਵੱਢ ਕੇ ਭੇਜਿਆ ਤੇ ਸਿੱਖਾਂ ਦੀ ਉੱਥੋਂ ਹਾਰਾਂ ਸ਼ੁਰੂ ਹੋ ਗਏ। ਯਾਨੀ ਮੈਨੂੰ ਲੱਗਦਾ ਪਹਿਲਾਂ ਦੀ ਇਹਨਾਂ ਦੇ ਆਪਸ 'ਚ ਨਾ ਜੀ ਮਿਸਅੰਡਰਸਟੈਂਡਿੰਗ ਹੈਗੀ ਸੀ, ਮਤਲਬ ਬਾਬਾ ਬੰਦਾ ਸਿੰਘ ਨੂੰ ਆਊਟਰਾਈਟ ਨੇ ਐਕਸੈਪਟ ਨਹੀਂ ਕੀਤੀ। ਜਿਹੜੇ ਅਸੀਂ ਜਿਸ ਤਰ੍ਹਾਂ ਸਾਡੇ ਕੋਲ ਗਿਆਨ ਸਿੰਘ ਹੋਇਆ, ਰਤਨ ਸਿੰਘ ਪੰਗੂ ਹੋ ਗਿਆ, ਉਹਨਾਂ ਦੀਆਂ ਰਚਨਾਵਾਂ ਸੀ ਉਹਨਾਂ ਦੇ ਵਿੱਚ ਬੇਸਿਕਲੀ ਅਸੀਂ ਨਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਬੜੀਆਂ ਕਈ ਚੀਜ਼ਾਂ ਵਿੱਚ ਠੀਕ ਵੀ ਹੈਗੀਆਂ, ਕਈਆਂ ਉਹਦੇ ਵਿੱਚ ਗਲਤ ਵੀ ਹੈਗੀਆਂ। ਪਰ ਲੋਕਾਂ ਨੇ ਬੇਸਿਕਲੀ ਕਿਉਂਕਿ 1905 ਦੀ ਕਿਤਾਬ ਲਿਖੀ ਵੀ ਹੈਗੀ ਜੀ, ਸਾਡੇ ਇੱਕ ਧਾਰਮਿਕ ਸੰਸਥਾ ਨੇ ਛਪਾਈ ਸੀ, ਉਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਸਿੰਘ ਨਹੀਂ ਹੈਗਾ। ਅੱਛਾ, ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘ ਵੀ ਨਹੀਂ ਲਿਖਿਆ, ਹਾਲਾਂਕਿ ਉਹ ਅੰਮ੍ਰਿਤਧਾਰੀ ਸਿੱਖ ਨੇ, ਪਰ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਥਾਪੜਾ ਦੇ ਕੇ ਤੁਰਿਆ। ਜਿਹੜੀ ਆਹੀ ਚੀਜ਼ ਹੈਗੀ ਸਿੰਘ ਨਾ ਲਿਖਣਾ, ਇਹਦੇ ਵਿੱਚ ਜਿੰਨੇ ਵੀ ਬਾਅਦ 'ਚ ਸਾਡੇ ਰਾਈਟਰ ਹੋਏ ਨੇ ਮਤਲਬ ਜਿਹੜੇ ਸੈਕਟੇਰੀਅਨ ਰਾਈਟ ਜਿਹਨੂੰ ਅਸੀਂ ਕਹਿ ਸਕਦੇ, ਉਹਨਾਂ ਨੇ ਇਸ ਚੀਜ਼ ਨੂੰ ਉੱਪਰ ਚੱਕ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਤੋਂ ਖੋਹਣ ਦੀ ਕੋਸ਼ਿਸ਼ ਕੀਤੀ, ਪਰੇ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਕਿ ਉਹਦੀ ਜਿਹੜੀ 1919 ਦੀ ਕਿਤਾਬ ਛਪੀ ਹੋਈ ਹੈਗੀ ਭਗਤ ਲਕਸ਼ਮਣ ਦਾਸ ਦੀ, ਉਹਦੇ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦ ਦੇ ਤੌਰ 'ਤੇ ਨਾਂ ਨਹੀਂ ਹੈਗਾ, ਉਹ ਇੱਕ ਸਾਡੇ ਰਿਲੀਜੀਅਸ ਸੰਸਥਾ ਨੇ ਛਪਾਈ ਹੋਈ ਹੈ। ਜਿਹੜੀ ਬੇਸਿਕਲੀ ਜਿਹੜੀਆਂ ਇਹੀਆਂ ਚੀਜ਼ਾਂ ਹੋਈਆਂ ਉਹਦੇ ਨਾਲ ਸਾਨੂੰ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜਿਹੜੀ ਪਰਸਨੈਲਿਟੀ ਸੀ ਉਹਨੇ ਕਿਸਮ ਦਾ ਕਮਿਊਨਿਟੀ ਦੇ ਵਿੱਚ ਧੱਕਾ ਜ਼ਰੂਰ ਲੱਗਾ। ਜੇ ਹੁਣ ਅਸੀਂ ਕਿਸੇ ਬੰਦੇ ਨੂੰ ਨਾਰਮਲੀ ਗੱਲ ਕਰਦੇ ਹੈਗੇ ਕਿ ਮੈਂ ਹੁਣ ਜਿਹੜਾ ਮੈਂ ਪੰਜਾਬ ਜਾ ਕੇ ਆਇਆ ਉਹਦੇ ਵਿੱਚ ਮੇਰੀ ਬਹੁਤ ਲੋਕਾਂ ਦੇ ਇਸ ਦੇ ਉੱਤੇ ਗੱਲ ਹੁੰਦੀ ਸੀ। ਅੱਜ ਜਿਹੜੇ ਮਤਲਬ ਅਲਟੀਮੇਟਲੀ ਇਹੀ ਪੁੱਛੀਦਾ ਵੀ ਤੁਸੀਂ ਇਹ ਕਿਤੇ ਚੀਜ਼ ਪੜ੍ਹੀ ਹੈਗੀ, ਮਤਲਬ ਯਾਨੀ ਮੋਸਟ ਆਫ ਦੀ ਜਿਹੜੀ ਗੱਲ ਇਹੀ ਚੱਲਦੀ ਵੀ ਨਹੀਂ ਅਸੀਂ ਤਾਂ ਸੁਣਿਆ ਹੈਗਾ ਜੀ, ਇੱਕ ਸੁਣਿਆ ਹੈਗਾ। ਯਾਨੀ ਜਿਹੜੀ ਪੱਖਪਾਤੀ ਦੀ ਗੱਲ ਹੈਗੀ ਸਾਡੇ ਕੋਲ ਰਿਟਨ ਡਾਕੂਮੈਂਟ ਹੈਗੇ ਹੋ ਜੇ, ਉਹਦੇ ਕਰਕੇ ਮੈਨੂੰ ਲੱਗਦਾ ਵੀ ਜਿਹੜੇ ਪਰਸ਼ੀਅਨ ਸੋਰਸਿਸ ਨਹੀਂ ਸੀ ਆਏ ਜਾਂ ਰਾਜਸਥਾਨ ਸੋਰਸਿਸ ਨਹੀਂ ਸੀ ਆਏ ਜਾਂ ਜਿਹੜੀਆਂ ਯੂਨੀਵਰਸਿਟੀਆਂ ਨੇ ਨਹੀਂ ਸੀ ਕੰਮ ਕਰਿਆ ਉਸ ਤੋਂ ਪਹਿਲਾਂ ਜਿਹੜੀ ਬਾਬਾ ਬੰਦਾ ਸਿੰਘ ਜਿਹੜੀ ਪਰਸਨੈਲਿਟੀ ਅਸੀਂ ਉਹਨੇ ਬੜਾ ਧੱਕਾ ਕੀਤਾ।
ਬਹੁਤ ਹੀ ਗਿਆਨ ਭਰਪੂਰ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ, ਤੁਸੀਂ ਸਟੂਡੀਓ 'ਚ ਆਏ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਾਂਹ ਵੀ ਤੁਹਾਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਾਈਏ। ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਟੂਡੀਓ 'ਚ ਆਉਣ ਲਈ ਜੀ। ਧੰਨਵਾਦ।